ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਸੱਚੇ ਪਿਤਾ ਜੀ ਦੀ ਵਿਚਾਰਧਾਰਾ ਤੇ ਹੋਰ ਮਤਾਂ ਦੀ ਵਿਚਾਰਧਾਰਾ 'ਚ ਬਹੁਤ ਵੱਡਾ ਅੰਤਰ ਹੈ। ਜਦੋਂ ਆਪਾਂ ਦੁਨੀਆ ਦੇ ਅੰਦਰ ਹੋਰ ਸਿੱਧਾਂ, ਜੋਗੀਆਂ, ਤਿਆਗੀਆਂ ਦੀ ਗੱਲ ਕਰਦੇ ਹਾਂ ਤੇ ਉਹਨਾਂ ਨੇ ਇੱਕ ਮਨੌਤ ਘੜੀ ਸੀ ਕਿ ਜੇ ਤੁਸੀਂ ਧਰਮੀ ਬਣਨਾ, ਜੇ ਤੁਸੀਂ ਪਰਮਾਤਮਾ ਨੂੰ ਪਾਣਾ ਤੇ ਪਹਿਲੀ ਗੱਲ ਤੇ ਵਿਆਹ ਨਾ ਕਰਾਓ, ਤੁਸੀਂ ਬੱਚੇ ਨਾ ਜੰਮੋ। ਜੇ ਤੁਸੀਂ ਵਿਆਹ ਕਰਾ ਕੇ ਬੱਚੇ ਜੰਮੋਗੇ, ਭਾਵ ਗ੍ਰਸਤੀ ਜੀਵਨ ਭੋਗੋਗੇ, ਤੇ ਤੁਹਾਡੇ ਤੋਂ ਵੱਡਾ ਉਹ ਕਹਿੰਦੇ ਨਰਕਾਂ ਦਾ ਭਾਗੀ ਕੋਈ ਨਹੀਂ, ਕਿਉਂਕਿ ਸੰਸਾਰ 'ਚ ਰਹਿ ਕੇ, ਪਰਿਵਾਰ 'ਚ ਰਹਿ ਕੇ ਤੁਸੀਂ ਧਰਮੀ ਨਹੀਂ ਬਣ ਸਕਦੇ। ਤੇ ਬਹੁਤ ਉਦਾਹਰਨਾਂ ਵੀ ਉਹਨਾਂ ਦੀਆਂ ਗ੍ਰੰਥਾਂ 'ਚੋਂ ਸਾਨੂੰ ਮੱਤਾਂ 'ਚੋਂ ਮਿਲਦੀਆਂ। ਜਿਵੇਂ ਆਪਾਂ ਜਦੋਂ ਵੇਖਦੇ ਹਾਂ ਤੇ ਕਹਿੰਦੇ ਆ ਇੱਕ ਸਾਧੂ ਦਾ ਇੱਕ ਚੇਲਾ ਸੀ ਤੇ ਉਹਨੇ ਨਾ ਅਕਸਰ ਉਸ ਸਾਧ ਦੀ ਭਗਤੀ ਕਰਿਆ ਕਰਨੀ, ਉਹਦੀ ਸੇਵਾ ਕਰਿਆ ਕਰਨੀ। ਬੱਚਾ ਜਵਾਨ ਹੋਇਆ ਤੇ ਉਹਦਾ ਜਿਹੜਾ ਸੀ ਘਰਦਿਆਂ ਨੇ ਰੋਕਾ ਕਰਤਾ ਕਿ ਭਾਵ ਰਿਸ਼ਤਾ ਕਰਤਾ। ਬੜਾ ਖੁਸ਼ੀ ਨਾਲ ਆਪਣੇ ਉਸ ਜਾ ਕੇ ਪੀਰ ਨੂੰ, ਫਕੀਰ ਨੂੰ ਜਾ ਕੇ ਕਹਿੰਦਾ ਕਿ ਮੇਰਾ ਘਰਦਿਆਂ ਨੇ ਜਿਹੜਾ ਸੀ ਉਹ ਮੰਗਣਾ ਕਰਤਾ, ਭਾਵ ਕਿਤੇ ਰਿਸ਼ਤਾ ਜੋੜ ਦਿੱਤਾ। ਤੇ ਫਕੀਰ ਨੇ ਅੱਗੋਂ ਇੱਕ ਗੱਲ ਹੱਸ ਕੇ ਕਹੀ ਸੀ, ਅੱਜ ਤੋਂ ਬਾਅਦ ਤੂੰ ਸਾਡੇ ਲਈ ਗਿਆ। ਤਿੰਨ ਗੱਲਾਂ ਦਾ ਧਿਆਨ ਦਿਓ ਕਿ ਸਾਡੇ ਮਤ ਦੇ ਵਿੱਚ ਫਰਕ ਕੀ ਹੈ, ਪਰ ਜੇ ਗੁਰੂ ਅਨੁਸਾਰੀ ਜੀਵਨ ਸਾਡਾ ਹੋ ਜਾਵੇ। ਜਦੋਂ ਕਹਿੰਦੇ ਹੋਰ ਸਮਾਂ ਪਿਆ ਤੇ ਮੰਗੇ ਹੋਏ ਪੁੱਤ ਦਾ ਵਿਆਹ ਹੋ ਗਿਆ। ਹੁਣ ਵਿਆਹ ਤੋਂ ਬਾਅਦ ਜਦੋਂ ਉਹ ਉਸ ਫਕੀਰ ਨੂੰ ਮੱਥਾ ਟੇਕਦਾ ਜਾ ਕੇ ਤੇ ਨਾਲੇ ਮਿਸ਼ਟਾਂਗ ਪਦਾਰਥ ਰੱਖ ਕੇ ਕਹਿੰਦਾ, ਫਕੀਰ ਜੀ ਮੇਰਾ ਵਿਆਹ ਹੋ ਗਿਆ। ਤੇ ਫਕੀਰ ਨੇ ਅੱਗੋਂ ਇੱਕ ਹੋਰ ਹੁਣ ਉਲਾਮਾ ਜਾ ਮਾਰ ਕੇ ਕਿਹਾ ਸੀ, ਅੱਜ ਤੋਂ ਬਾਅਦ ਤੂੰ ਮਾਪਿਆਂ ਲਈ ਗਿਆ। ਫਿਰ ਜਦੋਂ ਤੀਸਰੀ ਵਾਰੀ ਰੋਜ਼ ਜਾਣਾ ਸਮਾਂ ਪਿਆ, ਰੱਬ ਨੇ ਮਿਹਰਮਤ ਕੀਤੀ, ਉਹਦੇ ਘਰੇ ਨਾ ਪੁੱਤਰ ਪੈਦਾ ਆਇਆ। ਹੁਣ ਜਦੋਂ ਪੁੱਤਰ ਦੀ ਵਧਾਈ ਦੇਣ ਤੇ ਅਸੀਸ ਲੈਣ ਫਕੀਰ ਕੋਲ ਗਿਆ ਤੇ ਉਹਨੇ ਇੱਕ ਗੱਲ ਕਹੀ, ਹੁਣ ਤੂੰ ਆਪਣੇ ਕੰਮੋਂ ਵੀ ਗਿਆ। ਹੁਣ ਇਹ ਤਿੰਨ ਗੱਲਾਂ ਦਾ ਧਿਆਨ ਦਿਓ। ਪਹਿਲਾਂ ਜਦੋਂ ਉਹ ਬੱਚਾ ਜਵਾਨ ਹੁੰਦਾ ਤੇ ਉਹਦਾ ਹਜੇ ਮੰਗਣਾ ਹੁੰਦਾ ਤੇ ਉਹ ਫਕੀਰ ਕੋਲ ਜਾਂਦਾ ਤੇ ਉਹ ਕਹਿੰਦਾ ਤੂੰ ਸਾਡੇ ਕੋਲੋਂ ਗਿਆ। ਉਹ ਇਹ ਗੱਲ ਕਹਿੰਦੇ ਆ ਕਿ ਜਦੋਂ ਤੁਸੀਂ ਗ੍ਰਸਤੀ ਜੀਵਨ ਦੇ ਜੰਜਾਲ 'ਚ ਫਸਦੇ ਜਾਓਗੇ, ਸਾਧੂਆਂ ਸੰਤਾਂ ਦੀ ਮਹਿਮਾ, ਉਹਨਾਂ ਦੀ ਸੰਗਤ, ਬਾਣੀ ਪੜ੍ਹਨ, ਨਾਮ ਜਪਣ ਦਾ ਤੁਹਾਡਾ ਸਮਾਂ ਘਟਦਾ ਜਾਣਾ, ਤੁਸੀਂ ਉਹ 'ਚ ਗਲਤਾਨ ਹੋ ਜਾਣਾ। ਦੂਜੀ ਬੇਨਤੀ ਉਹਨੇ ਕੀਤੀ, ਤੇ ਇੱਕ ਗੱਲ ਦਾ ਤੁਸੀਂ ਇਹ ਪੱਖ ਰੱਖਿਓ, ਹੈ ਕੌੜਾ ਸੱਚ ਏ। ਕਹਿੰਦੇ ਫਿਰ ਜਦੋਂ ਵਿਆਹ ਹੋ ਗਿਆ ਤੇ ਤੂੰ ਮਾਪਿਆਂ ਕੰਨੀ ਗਿਆ, ਹੁਣ ਤੂੰ ਤੀਵੀ ਦੀਆਂ ਹੀ ਡੰਡੋਤਾਂ ਕਰਿਆ ਕਰੇਗਾ। ਤੇ ਬਹੁਤ ਪਰਿਵਾਰ ਇਦਾਂ ਦੇ ਹੁੰਦੇ ਆ, ਸਿਖਰ ਤੇ ਤਾਜ ਬਣਾ ਲੈਂਦੇ ਘਰ ਵਾਲੀਆਂ ਨੂੰ ਤੇ ਮਾਪਿਆਂ ਨੂੰ ਧੱਕੇ ਮਾਰਦੇ ਲੋਕ। ਇਦਾਂ ਹੁੰਦਾ ਸੰਸਾਰ 'ਚ। ਹੁਣ ਜਦੋਂ ਤੀਜੀ ਵਾਰੀ ਉਹਨੇ ਕਿਹਾ ਸੀ ਘਰ 'ਚ ਔਲਾਦ ਹੋਈ, ਕਹਿੰਦੇ ਹੁਣ ਤੂੰ ਆਪਣੇ ਕੰਮੋਂ ਵੀ ਗਿਆ। ਹੁਣ ਇਹਦਾ ਭਾਵ ਸੀ ਅੱਜ ਤੋਂ ਬਾਅਦ ਤੂੰ ਆਪਣਾ ਘੱਟ ਸੋਚਣਾ, ਬੱਚਿਆਂ ਦਾ ਵੱਧ ਸੋਚਿਆ ਕਰਨਾ ਕਿ ਇਹ ਸੱਚ ਹੈ ਕਿ ਝੂਠ ਹੈ। ਪਰ ਇਹਦੇ ਵਿੱਚ ਇਹਨਾਂ ਨੇ ਕਿਹਾ ਸੀ ਇਹ ਚੀਜ਼ ਛੱਡ ਦਿਓ, ਮਹਾਰਾਜ ਨੇ ਕਿਹਾ ਸੀ ਨਹੀਂ, ਤੁਹਾਨੂੰ ਜਿਉਣਾ ਸਿਖਾਣਾ। ਗੁਰੂ ਸਾਹਿਬ ਜੀ ਨੇ ਐਵੇਂ ਥੋੜੀ ਛੇਵੇਂ ਜਾਮੇ 'ਚ ਕਿਹਾ ਸੀ ਮਾਇਆ ਗੁਜਰਾਨ ਹੈ। ਮਾਇਆ ਦਾ ਭਾਵ ਪੈਸਾ ਨਹੀਂ, ਇਹ ਸੰਸਾਰ ਰੂਪੀ ਮਾਇਆ, ਪਰਿਵਾਰ ਰੂਪੀ ਮਾਇਆ। ਸਾਨੂੰ ਜਿੰਨੇ ਧੰਦੇ ਬਖਸ਼ੇ ਉਹ ਮਾਇਆ, ਸੰਸਾਰ 'ਚ ਜਿੰਨੀ ਅਰਬਲਾ ਭੋਗਦੇ ਆ ਉਹ ਮਾਇਆ। ਗੁਰੂ ਸਾਹਿਬ ਕਹਿੰਦੇ ਇਹ ਸੰਸਾਰ, ਪਰਿਵਾਰ, ਧੰਦੇ, ਸਰੀਰ, ਇਹ ਸਭ ਕੁਝ ਤਾਂ ਗੁਜਰਾਨ ਹੈ। ਹਾਂ, ਇਹਦੇ ਵਿੱਚ ਇਹਨੂੰ ਜੰਜਾਲ ਨਹੀਂ ਬਣਾਉਣਾ। ਜਦੋਂ ਤੱਕ ਸਿੱਖ ਮਾਇਆ ਨੂੰ ਗੁਜਰਾਨ ਸਮਝਦਾ, ਉਨੀ ਦੇਰ ਤੱਕ ਉਹ ਗੁਰੂ ਗੁਰੂ ਕਰਦਾ ਰਹਿੰਦਾ। ਜਦੋਂ ਮਾਇਆ ਜੰਜਾਲ ਬਣ ਜਾਂਦੀ ਆ ਤੇ ਸੱਚ ਜਾਣਿਓ ਉਹਨੂੰ ਫਿਰ ਹਉਮੈ ਡੰਗ ਮਾਰ ਜਾਂਦੀ ਆ, ਉਹ ਫਿਰ ਮੁਨਕਰ ਹੋ ਜਾਂਦਾ ਇਸ ਧਰਮ ਤੋਂ। ਹੁਣ ਤੀਜੀ ਸੀ ਕਿ ਗੁਰੂ ਸਾਹਿਬ ਕਹਿੰਦੇ ਇਸਤਰੀ ਈਮਾਨ ਹੈ। ਇਹ ਕਹਿੰਦੇ ਸੀ ਇਸਤਰੀ ਤੇ ਨਰਕ ਦਾ ਦੁਆਰ ਹੈ, ਇਸਤਰੀ ਤੇ ਜੰਜਾਲ ਦਾ ਘਰ ਹੈ। ਇਸਤਰੀ ਦੀ ਤਸਵੀਰ ਵੇਖਣੀ ਵੀ ਮਾੜੀ, ਤਿਆਗੀ ਸਾਧੂ। ਪਰ ਗੁਰੂ ਸਾਹਿਬ ਕਹਿੰਦੇ ਇਦਾਂ ਨਹੀਂ, ਆਪਣੀ ਇਸਤਰੀ ਸੋ ਰਤ ਹੋਏ, ਰਹਿਤਵਾਨ ਗੁਰ ਕਾ ਸਿੱਖ ਸੋਏ। ਸੱਚ ਜਾਣਿਓ ਈਮਾਨ ਦਾ ਘਰ ਇਸਤਰੀ ਹੈ, ਹਯਾ ਦਾ ਘਰ ਔਰਤ ਹੈ। ਤੀਜੀ ਬੇਨਤੀ ਜਿਹੜੀ ਅਸੀਂ ਪੁੱਤਰ ਦੀ ਕੀਤੀ, ਪਰ ਉੱਥੇ ਤਾਂ ਮਹਾਰਾਜ ਜੀ ਕਹਿੰਦੇ ਆ ਅਸੀਂ ਸਦਕੇ ਜਾਂਦੇ ਹਾਂ ਉਸ ਪ੍ਰਮਾਤਮਾ ਤੋਂ ਜਿਹਨੇ ਸਾਡੇ ਘਰ ਗੁਰੂ ਹਰਗੋਬਿੰਦ ਪਿਤਾ ਨੂੰ ਭੇਜਿਆ। ਕਿਉਂ? ਕਹਿੰਦੇ ਪੁੱਤਰ ਆਉਣ ਦੇ ਨਾਲ ਸਾਡੇ ਘਰ 'ਚ ਭਗਤੀ 'ਚ ਹੋਰ ਵਾਧਾ ਹੋ ਗਿਆ। ਤੇ ਇਹ ਸੱਚ ਹੈ। ਜਿੰਨੇ ਤੁਸੀਂ ਧਰਮੀ ਹੋ ਨਾ ਬੈਠੇ ਸੰਗਤ, ਸਾਡਾ ਬੱਚਾ ਕਾਮਯਾਬ ਹੋਵੇ ਨਾ ਤੇ ਮਾਂ ਦੀ ਬਾਣੀ ਵੱਧ ਜਾਂਦੀ ਪੜ੍ਹਨੀ, ਮਾਂ ਆਪਣਾ ਸ਼ੁਕਰਾਨਾ ਵਧਾ ਦਿੰਦੀ ਆ। ਜੇ ਸਾਡੇ ਘਰੇ ਔਲਾਦ ਆ ਜੇ ਨਾ ਤੇ ਮਾਪੇ ਆਪਣੀਆਂ ਔਲਾਦਾਂ ਵੱਲ ਵੇਖ ਕੇ ਇੱਕ ਸੁਖਮਨੀ ਸਾਹਿਬ ਵਧਾ ਲੈਂਦੇ, ਆਪਣਾ ਚੌਂਕੜਾ ਵਧਾ ਲੈਂਦੇ ਕਿ ਮਨਾ ਮੈਨੂੰ ਰੱਬ ਨੇ ਇੰਨੀਆਂ ਦਾਤਾਂ ਦਿੱਤੀਆਂ, ਮੈਂ ਦਾਤਾਂ ਨੂੰ ਵੇਖ ਕੇ ਕਿਉਂ ਨਾ ਉਹਦਾ ਸ਼ੁਕਰਾਨਾ ਕਰਾਂ। ਇਹ ਗੁਰਮਤ ਹੈ। ਗੁਰਮਤ ਨੇ ਭਜਾਇਆ ਨਹੀਂ ਸਾਨੂੰ ਪਰਿਵਾਰ ਤੋਂ, ਸੰਸਾਰ ਤੋਂ, ਇਸਤਰੀ ਤੋਂ। ਗੁਰੂ ਸਾਹਿਬ ਕਹਿੰਦੇ ਪੁੱਤਰ ਜਿਹੜਾ ਉਹ ਨਿਸ਼ਾਨ ਹੈ। ਅਸੀਂ ਪਹਿਲਾਂ ਥੋੜਾ ਜਿਹਾ ਬਾਣੀ ਫਿਰ ਇਤਿਹਾਸ 'ਚ ਥੋੜਾ ਦੇਖਾਂਗੇ। ਹੁਣ ਮਹਾਰਾਜ ਸੱਚੇ ਪਿਤਾ ਦੀ ਬਾਣੀ ਪੜ੍ਹੋ।
ਤੇ ਗੁਰੂ ਸਾਹਿਬ ਨੇ ਇੱਕ ਹੋਰ ਨੁਕਤਾ ਦਿੱਤਾ, ਤੇ ਇਹ ਸਾਨੂੰ ਸੌਖਾ ਸਮਝ ਤਾਂ ਆਉਂਦਾ ਕਿਉਂਕਿ ਬਾਣੀ ਨੇ ਉਸ ਰੂਹਾਨੀਅਤ ਨੂੰ ਸਾਡੇ ਆਮ ਜ਼ਿੰਦਗੀ ਵਿੱਚ ਜੋ ਆਮ ਉਦਾਹਰਨਾਂ ਹੁੰਦੀਆਂ ਸੀ ਨਾ, ਜੋ ਕਹਿ ਲਓ ਕਿ ਖੇਡਾਂ ਕੌਤਕ ਵਰਤ ਨੇ, ਉਹਨਾਂ ਨੂੰ ਐਗਜ਼ਾਮਪਲਾਂ ਦੇ ਦੇ ਕੇ ਸਾਨੂੰ ਧਰਮੀ ਜੀਵਨ ਦੀ ਦਾਤ ਬਖਸ਼ੀ। ਜਿਵੇਂ ਕਿਸੇ ਕਾਰਨ ਤੋਂ, ਤੇ ਅੱਜ ਜੇ ਕਹਿ ਲਓ 90% ਇਹ ਕਾਰਨ ਸਿਰੇ ਤੇ ਹੈ, ਉਹ ਹੈ ਕਿ ਮੀਆਂ ਬੀਬੀ ਦੀ ਆਪਸ 'ਚ ਬਣਦੀ ਨਹੀਂ। ਵੱਡੇ ਵੱਡੇ ਧੁਰੰਤਰ ਵੀ ਆਪਸ 'ਚ ਵਿਗਾੜ ਕੇ ਬੈਠੇ, ਕੋਈ ਵਿਰਲਾ ਹੈ ਜਿਨ੍ਹਾਂ ਦੀ ਬਣ ਆ ਜਾਵੇ। ਹੁਣ ਗੁਰੂ ਸਾਹਿਬ ਕਹਿੰਦੇ ਕਿਸੇ ਕਾਰਨ ਤੋਂ ਆਪਸ 'ਚ ਵਿਗੜ ਜੇ ਨਾ ਕਈ ਵਾਰੀ, ਤੇ ਤੁਹਾਨੂੰ ਘਰ ਵਾਲੀ ਜਾਂ ਘਰ ਵਾਲਾ ਇਹ ਕਹਿੰਦਾ ਸੁਣਾਈ ਦਊਗਾ, ਮੈਂ ਰਹਿਣਾ ਤੇ ਨਹੀਂ ਇਹਦੇ ਨਾਲ ਚਾਹੁੰਦਾ, ਪਰ ਮੈਨੂੰ ਬੱਚਿਆਂ ਕਰਕੇ ਕੱਟਣੀ ਪੈ ਰਹੀ ਆ। ਵੇਖੋ ਬੱਚੇ ਪੁਲ ਬਣ ਗਏ ਮੀਆਂ ਬੀਬੀ ਦੇ ਰਿਸ਼ਤੇ ਜੋੜਨ ਨੂੰ। ਗੁਰੂ ਸਾਹਿਬ ਦੀ ਉਡਾਰੀ ਵੇਖੋ, ਮਹਾਰਾਜ ਕਹਿੰਦੇ ਆਪਸ 'ਚ ਵਿਚਾਰ ਨਹੀਂ ਮਿਲਦੇ, ਆਪਸ 'ਚ ਕੁਛ ਨਹੀਂ ਮਿਲਦਾ, ਪਰ ਦੋਨੋਂ ਜਾਣੇ ਜੀ ਤਾਂ ਰਹੇ ਆ, ਉਹਨਾਂ ਦੇ ਵਿੱਚ ਬੱਚੇ ਕੜੀ ਬਣ ਗਏ ਆ। ਹੁਣ ਬੱਚਿਆਂ ਦੇ ਮੂੰਹ ਦੇ ਲਈ ਉਹ ਕਹਿੰਦੇ ਸਾਨੂੰ ਰਿਸ਼ਤਾ ਰੱਖਣੇ ਪੈਣਾ। ਗੁਰੂ ਸਾਹਿਬ ਸੱਚੇ ਪਿਤਾ ਕਹਿੰਦੇ ਕਿ ਜਦੋਂ ਆਪਸ ਦੇ ਵਿੱਚ ਗੋਰੀ ਸੋਤੀ ਟੁੱਟੈ ਪਤਾਰ, ਗੋਰੀ ਦਾ ਭਾਵ ਹੈ ਵਹੁਟੀ, ਇਸਤਰੀ ਕਹਿ ਲੋ, ਪਤਨੀ ਕਹਿ ਲੋ, ਪਤਾਰ ਦਾ ਭਾਵ ਹੁੰਦਾ ਪਤੀ। ਕਹਿੰਦੇ ਗੋਰੀ ਸੇਤੀ ਟੁੱਟੈ ਪਤਾਰ, ਲੜਾਈ ਹੋਈ ਤੇ ਕਹਿੰਦੇ ਜੀ ਤਲਾਕ ਦੇ ਦਿਓ, ਆਹ ਕਰ ਦਿਓ, ਪਰ ਮਾਂ ਨੂੰ ਚੇਤਾ ਆਇਆ ਉਸ ਘਰ 'ਚ ਮੈਂ ਆਪਣੇ ਪੁੱਤ ਨੂੰ ਛੱਡ ਕੇ ਆਈ ਹਾਂ, ਮੈਂ ਤੇ ਉਸ ਘਰ 'ਚ ਆਪਣੀ ਔਲਾਦ ਨੂੰ ਛੱਡ ਕੇ ਆਈ ਹਾਂ। ਤੇ ਬਾਪ ਵੀ ਇਹ ਗੱਲ ਕਹਿੰਦਾ ਜੇ ਅੱਜ ਮੈਂ ਤਲਾਕ ਦੇਤਾ ਤੇ ਹੋ ਸਕਦਾ ਜਿਹੜੀ ਦੂਜੀ ਆਵੇ ਉਹਨੇ ਸਾਹਮਣੇ ਵੀ ਹੈ ਕਿ ਨਹੀਂ ਸਾਹਮਣੇ। ਹੁਣ ਵੇਖੋ ਬੱਚੇ ਕੀ ਕਾਰਨ ਬਣੇ, ਬੱਚਿਆਂ ਨੇ ਰਿਸ਼ਤਾ ਜੋੜਤਾ। ਗੁਰੂ ਜੀ ਕਹਿੰਦੇ ਗੋਰੀ ਸੇਤੀ ਟੁੱਟੈ ਪਤਾਰ, ਪੁੱਤੀ ਗੰਢ ਪਵੈ ਸੰਸਾਰ, ਪੁੱਤਰਾਂ ਨੇ ਉਹ ਰਿਸ਼ਤੇ 'ਚ ਗੰਢ ਮਾਰਤੀ ਕਿ ਨਹੀਂ ਤੁਸੀਂ ਇਕੱਠੇ ਰਹੋ। ਸਤਿਗੁਰੂ ਸੱਚੇ ਪਿਤਾ ਜੀ ਨੇ ਇੱਕ ਹੋਰ ਕਿਰਪਾ ਕੀਤੀ। ਪਰ ਸੰਗਤ ਜੀ ਇਹ ਗੱਲ ਯਾਦ ਰੱਖੀਏ, ਸਾਡੇ ਘਰਾਂ 'ਚ ਜੰਮਣ ਵਾਲੇ ਪੁੱਤ ਸਪੁੱਤ ਬਣਨ, ਕਪੁੱਤ ਨਾ ਬਣਨ, ਕਿਉਂਕਿ ਦੋਨੇ ਚੀਜ਼ਾਂ ਨੇ ਨਾ। ਦੇਖੋ ਇਹ ਪ੍ਰਮਾਤਮਾ ਦੀ ਕਿਰਪਾ ਕਿ ਕਿਸੇ ਨੇ ਸੰਤ ਬਣਨਾ, ਕਿਸੇ ਨੇ ਜਰਨੈਲ ਬਣਨਾ, ਕਿਸੇ ਨੇ ਸ਼ਾਹੀ ਅਫਸਰ ਬਣਨਾ, ਕਿਸੇ ਨੇ ਕੋਈ ਰਾਜਾ ਬਣਨਾ, ਤੇ ਇਹ ਵੀ ਉਹਦਾ ਭਾਣਾ ਕਿ ਕਿਸੇ ਨੇ ਨਸ਼ੇੜੀ ਬਣਨਾ, ਕਿਸੇ ਨੇ ਗੈਂਗਸਟਰ ਬਣਨਾ, ਕਿਸੇ ਨੇ ਅੱਤ ਦਰਜੇ ਦਾ ਜਿਹੜਾ ਹੈ ਉਹ ਨੀਵੇਂ ਪੱਧਰ ਦਾ ਮਨੁੱਖ ਬਣਨਾ। ਇੱਕ ਸਿਖਰ ਤੇ ਪਹੁੰਚ ਕੇ ਤਖਤ ਤੇ ਬਹਿ ਜਾਂਦਾ, ਇੱਕ ਆਪਣੀਆਂ ਕਮੀਆਂ ਕਰਕੇ ਔਲਾਦ ਜੇਲ੍ਹਾਂ 'ਚ ਆਪ ਬਹਿੰਦੀ ਆ ਤੇ ਮਾਪਿਆਂ ਨੂੰ ਵੀ ਰੋਲਦੀ ਆ। ਇਹ ਤਾਂ ਵਾ ਕਿ ਦੋਨੋਂ ਪੱਖ ਰੱਖੀਏ ਆਪਾਂ। ਰਹੀਮ ਇੱਕ ਕਵੀ ਹੋਇਆ, ਉਹਨੇ ਆਪਣੇ ਮਿੱਤਰ ਨੂੰ, ਉਹਦੇ ਘਰ ਨਾ ਔਲਾਦ ਹੋਈ, ਕਹਿੰਦਾ ਅਸੀਸ ਦੇ, ਕਹਿੰਦਾ ਅਜੇ ਨਹੀਂ ਦੇਣੀ, ਜਦੋਂ 17 ਸਾਲ ਦਾ ਹੋਏਗਾ ਤੇਰਾ ਬੱਚਾ ਫੇਰ ਦਿਆਂਗਾ। ਉਹ ਕਹਿੰਦਾ ਕਾਰਨ ਕੀ? ਹੁਣ ਰਹੀਮ ਬੜਾ ਪੈਗੰਬਰੀ ਸੁਭਾਅ ਦਾ ਸੀ। ਉਹ ਕਹਿੰਦਾ ਅੱਜ ਮੈਂ ਜਿਸ ਬੱਚੇ ਨੂੰ ਵਧਾਈ ਦੇਵਾਂ, ਹੋ ਸਕਦਾ ਤੇਰਾ ਬੱਚਾ ਕਪੁੱਤ ਨਿਕਲੇ ਤੇ ਕੱਲ ਨੂੰ ਮੈਂ ਉਲਾਮਾ ਵੀ ਤੇਰੇ ਘਰ ਦੇਣ ਆਵਾਂ। ਕਹਿੰਦਾ ਮੈਂ ਇਹਨੂੰ ਟੋਵਾਂਗਾ, ਪਹਿਲਾਂ ਵੇਖਾਂਗਾ ਇਹਦੇ ਜੀਵਨ ਨੂੰ, 17 ਸਾਲ ਬਾਅਦ ਤੈਨੂੰ ਜ਼ਰੂਰ ਵਧਾਈ ਦੇਵਾਂਗਾ, ਨਹੀਂ ਤੇਰਾ ਪੁੱਤ ਕਪੁੱਤ ਨਹੀਂ ਸਪੁੱਤ ਨਿਕਲਿਆ। ਇਹ ਗੱਲਾਂ ਨੇ। ਉਹਨਾਂ ਦੀਵੇ ਨਾਲ ਉਦਾਹਰਨ ਦਿੰਦਾ ਕਪੁੱਤ ਦੀ, ਕਹਿੰਦੇ ਦੀਵਾ ਬਲਦਾ, ਦੀਵਾ ਰੋਸ਼ਨ ਕਰਦਾ ਤੇ ਦੀਵਾ ਵੱਡਾ ਹੋ ਜਾਂਦਾ। ਵੱਡਾ ਹੋਣਾ ਸਾਡੇ ਘਰਾਂ 'ਚ ਹੁੰਦਾ ਸੀ ਕਿ ਦੀਵੇ ਨੂੰ ਵਧਾ ਦਿਓ, ਭਾਵ ਬੁਝਾ ਦਿਓ। ਕਹਿੰਦੇ ਇਸੇ ਤਰ੍ਹਾਂ ਇਹ ਸੱਚ ਵੀ ਆ। ਸੂਫੀਆਂ 'ਚ ਨਾ ਇੱਕ ਕਹਾਣੀ ਆਉਂਦੀ ਆ, ਕਹਿੰਦੇ ਇੱਕ ਪਰਿਵਾਰ ਦੇ ਘਰੇ ਔਲਾਦ ਨਹੀਂ ਸੀ ਹੁੰਦੀ ਤੇ ਪਿਤਾ ਨੇ ਤਰਲਾ ਲਿਆ ਕਿ ਤੁਸੀਂ ਫਕੀਰ ਜੀ ਮੇਰੇ ਮਿੱਤਰ ਹੋ, ਰੱਬ ਅੱਗੇ ਦੁਆ ਕਰੋ ਕਿ ਸਾਡੇ ਘਰੇ ਪੁੱਤਰ ਪੈਦਾ ਹੋਵੇ। ਸੰਗਤ ਜੀ ਖੁਦਾ ਦਾ ਭਾਣਾ ਵਰਤਿਆ ਤੇ ਕਹਿੰਦੇ ਉਹਦੇ ਘਰੇ ਪੁੱਤਰ ਪੈਦਾ ਹੋਇਆ। ਹੁਣ ਹੋਇਆ ਕਿ ਪੁੱਤਰ ਜਿਹੜਾ ਉਹ ਅੱਤ ਦਰਜੇ ਦਾ ਨਸ਼ੇੜੀ ਨਿਕਲਿਆ। ਨਸ਼ੇ ਪੂਰੇ ਕਰਨ ਦੇ ਲਈ ਉਹਨੂੰ ਚੋਰੀਆਂ ਕਰਨੇ ਪੈਂਦੀਆਂ ਰਹੀਆਂ, ਲੋਕਾਂ ਨੂੰ ਲੁੱਟਣਾ, ਮਾਰ ਖਾਣੀ। ਆਖਿਰਕਾਰ ਕੰਮ ਇੰਨਾ ਵਧਿਆ ਕਿ ਆਪ ਵੀ ਜੇਲ੍ਹ 'ਚ ਗਿਆ ਤੇ ਬਾਪ ਨੂੰ ਵੀ ਜੇਲ੍ਹ 'ਚ ਭੇਜਤਾ। ਹੁਣ ਜਦੋਂ ਸੂਫੀ ਨੂੰ, ਉਸ ਸੰਤ ਨੂੰ ਪਤਾ ਲੱਗਣਾ ਕਿ ਜਿਹਦੀ ਅਰਦਾਸ ਮੈਂ ਕੀਤੀ ਤੇ ਪੁੱਤ ਹੋਇਆ, ਉਹ ਬਾਪ ਜੇਲ੍ਹ ਦੇ ਵਿੱਚ, ਕਹਿੰਦੇ ਉਹ ਪਤਾ ਲੈਣ ਗਿਆ। ਕਹਿੰਦਾ ਤੁਸੀਂ ਤੇ ਬੜੇ ਭੋਲੇ ਸੀ, ਇਮਾਨਦਾਰ ਸੀ, ਤੁਹਾਨੂੰ ਜੇਲ੍ਹ ਦਾ ਰਾਹ ਕਿਵੇਂ? ਕਹਿਣ ਲੱਗਾ ਜੇ ਮੈਂ ਪੁੱਤਰ ਦੀ ਮੰਗ ਨਾ ਕਰਦਾ ਤੇ ਤੂੰ ਦੁਆ ਨਾ ਕਰ ਸਕਦਾ, ਹੋ ਸਕਦਾ ਅੱਜ ਮੈਂ ਜੇਲ੍ਹ 'ਚ ਨਾ ਆਉਂਦਾ। ਭਾਵ ਕਿ ਮੇਰੇ ਲਈ ਮੇਰਾ ਜੇਲ੍ਹ ਦਾ ਕਾਰਨ ਮੇਰਾ ਹੀ ਪੁੱਤ ਬਣ ਗਿਆ। ਹੁਣ ਇਹਦੇ ਵਿੱਚੋਂ ਇੱਕ ਚੀਜ਼ ਲੈਣੀ ਆਪਾਂ ਕਿ ਸਾਡੇ ਘਰੇ ਰੱਬ ਜੀ ਔਲਾਦ ਦਿਓ, ਪਰ ਇਹੋ ਜਿਹਾ ਉਹਨਾਂ ਨੂੰ ਜੀਵਨ ਦਿਓ ਕਿ ਸਾਡਾ ਸਿਰ ਉੱਚਾ ਹੋਵੇ, ਸਾਡਾ ਸਿਰ ਨੀਵਾਂ ਨਾ ਹੋਵੇ, ਭਾਵੇਂ ਉਹ ਧੀ ਏ ਭਾਵੇਂ ਉਹ ਪੁੱਤਰ ਏ। ਸਤਿਗੁਰੂ ਸੱਚੇ ਪਿਤਾ ਜੀ ਕੋਲੋਂ ਨਾ ਗੁਰੂ ਬਾਣੀ ਨੇ ਇਹ ਗੱਲਾਂ ਮੰਗੀਆਂ ਇੱਕ ਮਾਂ ਵਜੋਂ, ਪ੍ਰਮਾਤਮਾ ਅੱਗੇ ਰੱਖੇ। ਚਲੋ ਆਪਾਂ ਇਹ ਜਿਹੜੀ ਬੇਨਤੀ ਕਰਨੀ, ਜਦੋਂ ਅਸੀਂ ਸਤਿਗੁਰੂ ਦੀ ਬਾਣੀ ਪੜ੍ਹਦੇ ਆ ਨਾ ਸੰਗਤ, ਮਹਾਰਾਜ ਜੀ ਕਹਿੰਦੇ ਇਹਨੂੰ ਧਰਮ ਦੇ ਨਾਲ ਥੋੜਾ ਲਿਓ। ਹੋ ਸਕਦਾ ਕਈ ਵਾਰੀ ਨਾ ਸਾਡਾ ਪੁਰਾਣਾ ਸਮਾਂ ਸੀ,
ਇੰਨਾ ਆਧੁਨਿਕ ਯੁੱਗ ਨਹੀਂ ਸੀ, ਇੰਨਾ ਧਰਮ ਦਾ ਗਿਆਨ ਨਹੀਂ ਸੀ, ਥਾਂ ਥਾਂ ਪ੍ਰਚਾਰ ਨਹੀਂ ਸੀ। ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਦੀਵਾਨ ਨਹੀਂ ਮੁੱਕਦੇ, ਟੀਵੀਆਂ ਤੇ ਹਜ਼ਾਰਾਂ ਚੈਨਲ ਨੇ ਜਿੱਥੇ ਸਤਸੰਗ ਚੱਲਦੇ ਆ। ਪੁਰਾਣੇ ਸਮੇਂ 'ਚ ਇਦਾਂ ਨਹੀਂ। ਜਿੰਨਾ ਕਾਰਨਾਂ ਕਰਕੇ ਚਲੋ ਇਹ ਬਹਾਨਾ ਵੀ ਬਣ ਗਿਆ ਕਿ ਸਾਨੂੰ ਪਤਾ ਨਹੀਂ ਸੀ, ਅਸੀਂ ਧਰਮੀ ਨਾ ਬਣ ਸਕੇ। ਸਾਡੇ ਜਿਹੜੇ ਸੀ ਉਹ ਬਜ਼ੁਰਗ ਚਲੇ ਗਏ, ਹੋ ਸਕਦਾ ਕਿਸੇ ਕਾਰਨ ਕਰਕੇ ਸਾਡੇ ਮਾਤਾ ਪਿਤਾ ਵੀ ਨਾ ਇਸ ਧਰਮ ਵਾਲੇ ਪਾਸੇ ਆਉਂਦੇ, ਪਰ ਜੇ ਉਹਨਾਂ ਦੇ ਘਰ ਦੇ ਵਿੱਚ ਕੋਈ ਪ੍ਰਹਿਲਾਦ ਵਰਗੀ ਔਲਾਦ ਜੰਮ ਪਵੇ, ਜੇ ਉਹਨਾਂ ਦੇ ਘਰ ਦੇ ਵਿੱਚ ਕੋਈ ਬਾਬਾ ਫਤਿਹ ਸਿੰਘ, ਬਾਬਾ ਜੋਰਾਵਰ ਸਿੰਘ ਵਰਗੀ ਗੁਰਸਿੱਖ ਰੂਹ ਜੰਮ ਪਵੇ, ਕਹਿੰਦੇ ਹੁੰਦਾ ਕੀ ਆ, ਸਾਡੇ ਦਾਦੇ ਪੜਦਾਦੇ ਨੱਕੜ ਦਾਦਿਆਂ ਪਿਤਾਮਾ ਪਿਤਾ ਨੇ ਧਰਮ ਨੂੰ ਕਮਾਇਆ ਨਾ ਹੋਵੇ ਤੇ ਮਾੜੇ ਕਰਮ ਕਰਕੇ ਆਪਣੇ ਪਰਿਵਾਰ ਤੇ ਆਪਣੇ ਖਾਨਦਾਨ ਤੇ ਦਾਗ ਲਵਾਇਆ ਹੋਵੇ, ਉਸੇ ਖਾਨਦਾਨ ਵਿੱਚ ਕੋਈ ਚੰਗਾ ਪੁੱਤ ਜੰਮ ਪਏ ਤੇ ਆਪਣੇ ਦਾਦੇ ਪੜਦਾਦਿਆਂ ਦੇ ਕਹਿੰਦੇ ਦਾਗਾਂ ਨੂੰ ਧੋ ਕੇ ਤੇ ਉਹਨਾਂ ਦੀਆਂ ਵਡਿਆਈਆਂ ਕਰਾ ਦਿੰਦਾ। ਇਹ ਬਾਣੀ ਵਿੱਚ ਆਈ ਤੁਕ ਜੀ। ਅਪ ਜਸੰਗ ਗੁਰੂ ਸਾਹਿਬ ਜੀ ਕਹਿੰਦੇ ਮਿਟ ਜਾਂਦੇ ਆ। ਕਦੋਂ? ਅਪ ਜਸੰਗ ਮਿਟੰਤ। ਸਤਿਗੁਰੂ ਜੀ ਕਹਿੰਦੇ ਆ ਸਤ ਪੁੱਤਰ ਹੈ, ਜਦੋਂ ਸੱਚੇ ਪੁੱਤਰ ਚੰਗੇ ਪੁੱਤਰ ਘਰਾਂ ਦੇ ਵਿੱਚ ਜਨਮ ਲੈਣ। ਸੋ ਇਹ ਜ਼ਰੂਰ ਅਸੀਸ ਆਪਾਂ ਗੁਰੂ ਕੋਲ ਲਈਏ। ਆਓ ਉਹ ਸ਼ਬਦ ਦੇ ਅਰਥ ਕਰੀਏ। ਮਹਾਰਾਜ ਸੱਚੇ ਪਿਤਾ ਦੀਆਂ ਕੁਝ ਤੁਕਾਂ ਕੀ ਪੂਤਾ ਮਾਤਾ ਕੀ ਆਸੀਸ। ਸੰਗਤ ਜੀ, ਜਦੋਂ ਬੀਬੀ ਭਾਨੀ ਜੀ ਗੁਰੂ ਰਾਮਦਾਸ ਜੀਆਂ ਦੇ ਪਤਨੀ ਕਹਿ ਲੋ ਗੁਰਮਹਿਲ, ਤੇ ਧੰਨ ਗੁਰੂ ਅਮਰਦਾਸ ਜੀਆਂ ਦੀ ਧੀ ਸੀ ਬੀਬੀ ਭਾਨੀ। ਬੀਬੀ ਭਾਨੀ ਦਾ ਨਾਮ ਹੀ ਇਸ ਕਰਕੇ ਇਤਿਹਾਸ ਨੇ ਕਹਿਤਾ ਕਿ ਭਾਣੇ ਨੂੰ ਮੰਨਣ ਦਾ ਸ਼ਿਕਰ ਸੀ ਬੀਬੀ ਭਾਨੀ ਜੀ ਕੋਲ। ਕਹਿੰਦੇ ਆ ਜਦੋਂ ਉਹਨਾਂ ਦੀ ਕੁੱਖ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਉਂਦੇ ਆ, ਤੀਸਰੇ ਜਦੋਂ ਸਤਿਗੁਰੂ, ਤੇ ਬੜੀਆਂ ਅਸੀਸਾਂ ਜਿਹੜੀਆਂ ਨਾਨਾ ਗੁਰੂ ਅਮਰਦਾਸ ਜੀ ਕੋਲ ਦਿਵਾਉਣੀਆਂ, ਆਪ ਦੇਣੀਆਂ। ਆਖਿਰਕਾਰ ਜਦੋਂ ਗੁਰੂ ਸਾਹਿਬ ਵੱਡੇ ਹੋਏ ਨਾ ਜੀ, ਬਾਣੀ ਉਚਾਰੀ, ਤੇ ਉਹਨਾਂ ਨੇ ਉਹ ਅਸੀਸ ਨੂੰ ਹਰ ਬੱਚੇ ਦੇ ਜਨਮ ਲਈ ਤੇ ਹਰ ਮਾਂ ਦੇ ਲਈ ਇੱਕ ਤਰਤੀਬ ਬਣਾਤੀ ਕਿ ਮਾਂ ਇਹ ਅਸੀਸ ਜ਼ਰੂਰ ਆਪਣੇ ਬੱਚਿਆਂ ਲਈ ਮੰਗੇ। ਉਹਦੇ ਵਿੱਚ 4 ਗੱਲਾਂ ਸਭ ਤੋਂ ਮੇਨ ਨੇ। ਮਹਾਰਾਜ ਕਹਿੰਦੇ ਪੂਤਾ ਮਾਤਾ ਕੀ ਅਸੀਸ। ਮਾਤਾ ਕੀ ਅਸੀਸ ਹੈ ਗੁਰਬਾਣੀ ਦੀ ਅਸੀਸ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਸੀਸ। ਗੁਰੂ ਨਾਨਕ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਤੇ ਜਿੰਨੇ ਸਿੰਘ ਸਿੰਘਣੀਆਂ ਸਾਡੇ ਸ਼ਹੀਦ ਨੇ, ਆਪਾਂ ਜਦੋਂ ਆਪਣੀ ਅਰਦਾਸ ਕਰਦੇ ਆ ਨਾ ਜੀ, ਤੇ ਜਿਨ੍ਹਾਂ ਦਾ ਜ਼ਿਕਰ ਆਉਂਦਾ ਸਾਰਿਆਂ ਦੀਆਂ ਅਸੀਸਾਂ ਅੱਜ ਉਸ ਧੀ ਤੇ ਪੁੱਤ ਦੇ ਸਿਰ ਤੇ ਹੋ ਜਾਂਦੀਆਂ। ਮਹਾਰਾਜ ਜੀ ਕਹਿੰਦੇ ਪੂਤਾ ਮਾਤਾ ਕੀ ਅਸੀਸ, ਪਰ ਅਸੀਸ ਚ ਕੀ ਮੰਗਿਆ? ਨਿਮਖ ਨਾ ਵਿਸਰੋ ਤੁਮ ਕੋ ਹਰ ਹਰ। ਮਹਾਰਾਜ ਜੀ ਮੇਰੇ ਪੁੱਤ ਨੂੰ ਮੇਰੀ ਧੀ ਨੂੰ ਵਾਹਿਗੁਰੂ ਕਦੇ ਨਾ ਭੁੱਲੇ, ਉਹ ਹਰ ਥਾਂ ਉਹਨੂੰ ਚੇਤੇ ਆਵੇ, ਹਰ ਮੁਸ਼ਕਲ ਵਿੱਚ ਉਹ ਰੱਬ ਨੂੰ ਚੇਤੇ ਆਵੇ। ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਤੇ ਮੇਰੇ ਜਿਵੇਂ ਜਿਵੇਂ ਮੇਰਾ ਪੁੱਤ ਧੀ ਵੱਡੇ ਹੋਵਣ ਤੇ ਇਹਨੂੰ ਬਾਣੀ ਦਾ ਪਿਆਰ ਤੇ ਬਾਣੇ ਦਾ ਪਿਆਰ ਬਖਸ਼ਿਓ। ਹੁਣ ਇਹ ਇੱਕ ਗੱਲ ਸੁਣਿਓ, ਜੋ ਬਾਣੀ ਨੇ ਕਿਹਾ, ਕੱਪੜਾ ਖੁਰਾਕ ਤੇ ਸੰਗਤ, ਇਹ ਹਰ ਮਾਂ ਦਾ ਨਾ ਇੱਕ ਕਹਿ ਲੋ ਅੰਦਰ ਦਰਦ ਵੀ ਹੁੰਦਾ ਤੇ ਅਰਦਾਸ ਵੀ ਹੁੰਦੀ ਕਿ ਮੈਨੂੰ ਭਾਵੇਂ ਕੱਪੜਾ ਮਾੜਾ ਮਿਲ ਜੇ ਪਰ ਮੇਰੇ ਪੁੱਤ ਧੀ ਨੂੰ ਮਾੜਾ ਨਾ ਮਿਲੇ। ਹਰ ਗਰੀਬ ਮਾਂ ਦਾ ਵੀ ਇਹ ਯਤਨ ਹੁੰਦਾ। ਇਹ ਬਾਣੀ ਵਿੱਚ ਗੱਲਾਂ ਨੇ। ਦੂਜੀ ਕਿ ਮੇਰੇ ਪੁੱਤ ਜਾਂ ਮੇਰੀ ਧੀ ਦੀ ਸੰਗਤ ਮਾੜੀ ਨਾ ਹੋਵੇ। ਕਈ ਵਾਰੀ ਆਪਣੇ ਬੱਚੇ ਚੰਗੇ ਹੋਵਣ ਨਾ, ਪਰ ਮਾੜਿਆਂ ਦੀ ਸੰਗਤ ਵਿੱਚ ਆ ਕੇ ਉਹ ਵੀ ਮਾੜੇ ਕਰਮ ਕਰਨ ਲੱਗ ਪੈਂਦੇ। ਉੱਥੇ ਵੀ ਮਾਂ ਦੀ ਜਾਂ ਪਿਤਾ ਦੀ ਅਰਦਾਸ ਹੁੰਦੀ ਕਿ ਪ੍ਰਮਾਤਮਾ ਇਹਨਾਂ ਦੀ ਸੰਗਤ ਮਾੜੀ ਨਾ ਹੋਵੇ। ਤੀਜੀ ਬੇਨਤੀ ਕਿ ਇਹਨਾਂ ਦੀ ਖੁਰਾਕ ਮਾੜੀ ਨਾ ਹੋਵੇ। ਆਪ ਮੈਂ ਭਾਵੇਂ ਥੋੜਾ ਘੱਟ ਖਾ ਲਾਂ, ਪਰ ਮੇਰੇ ਘਰ ਦੇ ਵਿੱਚ ਆਏ ਹੋਏ ਧੀਆਂ ਪੁੱਤਰ ਜਿਹੜੇ ਉਹ ਰੱਜ ਕੇ ਖਾਣ। ਹੁਣ ਇਹਨੂੰ ਰੂਹਾਨੀਅਤ ਵਜੋਂ ਲਓ। ਗੁਰੂ ਸਾਹਿਬ ਕਹਿੰਦੇ ਆਮ ਮਾਂ ਕੇਵਲ ਦੁਨੀਆ ਦੀ ਖੁਰਾਕ ਤੱਕ, ਸਰੀਰ ਦੇ ਪਹਿਰਾਵੇ ਤੱਕ ਤੇ ਸਰੀਰਾਂ ਦੀ ਸੰਗਤ ਤੱਕ ਅਰਦਾਸਾਂ ਕਰਦੀ ਆ, ਪਰ ਹਰ ਇੱਕ ਗੁਰਸਿੱਖ ਜਦੋਂ ਪੁੱਤ ਧੀ ਦਾ ਜਨਮ ਦਿਨ ਮਨਾਵੇ ਤੇ ਗੁਰੂ ਕੋਲੋਂ ਇਹ ਅਸੀਸ ਲਵੇ, ਜਿਵੇਂ ਤਨ ਤੇ ਕੱਪੜਾ ਪਾ ਕੇ ਤਨ ਦਾ ਨੰਗੇਜ ਕੱਜਿਆ ਜਾਂਦਾ ਹੈ, ਪ੍ਰਮਾਤਮਾ ਅੱਜ ਮੈਂ ਆਪਣੇ ਪੁੱਤ ਦੇ ਜਨਮ ਦਿਨ ਤੇ ਮੈਂ ਗੁਰੂ ਘਰ ਮੱਥਾ ਟਿਕਾਉਣ ਲਿਆਈਆਂ, ਇਹਨੂੰ ਆਪਣੇ ਦਰੋਂ ਨਾਮ ਜਪਜੀ ਦਾ ਕੱਪੜਾ ਦੇ, ਇਹ ਜਪਜੀ ਨੂੰ ਕਦੇ ਭੁਲਾਏ ਨਾ, ਰੱਬ ਦੀ ਦਰਗਾਹ 'ਚ ਇਹਦਾ ਨੰਗੇਜ ਟੱਕਿਆ ਜਾਏ। ਵੇਖੋ ਸਤਿਗੁਰੂ ਮਹਾਰਾਜ ਕਿਰਪਾ ਕਰਦੇ। ਦੂਜੀ ਬੇਨਤੀ, ਸਤਿਗੁਰੂ ਮੇਰੇ ਪੁੱਤਰ ਨੂੰ ਜਿੱਥੇ ਦੁਨੀਆ ਦੀ ਐਜੂਕੇਸ਼ਨ ਵਿਦਿਆ ਦੇਣੀ, ਪੜ੍ਹਾਈ ਦੇਣੀ, ਚੰਗੀ ਚੜ੍ਹਦੀ ਕਲਾ ਦੇਣੀ, ਉੱਥੇ ਕਿਰਪਾ ਕਰੀ ਮੇਰੇ ਪੁੱਤ ਨੂੰ ਸੰਗਤ ਦੇ ਜੋੜੇ ਝਾੜਨ ਦੀ ਵੀ ਦਾਤ ਦੇਈ, ਝੂਠੇ ਭਾਂਡੇ ਮਾਂਜਣ ਦੀ ਦਾਤ ਦੇਈ। ਮੇਰਾ ਪੁੱਤ ਗੁਰੂ ਘਰ ਨਤਮਸਤਕ ਹੋ ਸਕੇ, ਇੱਥੋਂ ਤੱਕ ਸਾਧੂਆਂ ਦੀ ਸੰਗਤ ਮੇਰਾ ਧੀ ਪੁੱਤ ਕਰ ਸਕੇ। ਸੰਗਤ ਮੈਨੂੰ ਰੂਹਾਨੀਅਤ ਦੀ ਜ਼ਰੂਰ ਦੇਈ। ਤੀਜੀ ਬੇਨਤੀ, ਅਸੀਂ ਕੱਪੜੇ ਦੀ ਗੱਲ, ਸੰਗਤ ਦੀ ਗੱਲ ਕੀਤੀ,
ਤੇ ਖੁਰਾਕ ਦੀ ਗੱਲ ਇਹ ਕੀਤੀ, ਚੰਗੀਆਂ ਮਾਵਾਂ, ਮਾਫ ਕਰਿਓ ਸੰਗਤ ਜੀ, ਚੰਗੇ ਪਿਤਾ, ਚੰਗੇ ਸਾਡੇ ਬਜ਼ੁਰਗ ਜਿੱਥੇ ਆਪ ਬਾਣੀ ਦਾ ਪਹਿਰਾ ਰੱਖਦੇ ਆ, ਧੀਆਂ ਪੁੱਤਰਾਂ ਨੂੰ ਟਕੋਰ ਲਾਉਂਦੇ ਰਹਿੰਦੇ ਆ ਮਾੜੀ ਮਾੜੀ ਕਿ ਪੁੱਤ ਜਾ ਗੁਰੂ ਘਰ ਮੱਥਾ ਟੇਕਾਂ, ਪੁੱਤ ਘੜੀ ਟਾਈਮ ਕੱਢ ਕੇ ਬਾਣੀ ਘਰ ਪੜ੍ਹ ਲਿਆ ਕਰ, ਪੁੱਤ ਜਦੋਂ ਤੈਨੂੰ ਲੱਗੇ ਤੂੰ ਜੋਗ ਹੋ ਗਿਆ ਤੇ ਖੰਡੇ ਦੀ ਪੋਲ ਵੀ ਇੱਕ ਵਾਰੀ ਛਕੀ, ਹੋ ਸਕਦਾ ਤੈਨੂੰ ਮੈਂ ਵੇਖਾਂ ਚਾਹੇ ਨਾ ਵੇਖਾਂ ਪਰ ਗੁਰੂ ਦਾ ਹੁਕਮ ਜ਼ਰੂਰ ਮੰਨੀ। ਇਹਨੂੰ ਹੁਣ ਬਾਣੀ ਚ ਪੜੋ। ਗੁਰੂ ਸਾਹਿਬ ਕਹਿੰਦੇ ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ। ਇੱਕ ਗੱਲ ਹੋ ਗਈ, ਕਾਪੜ ਪਤ ਪਰਮੇਸ਼ਰ ਰਾਖੋ, ਭੋਜਨ ਕੀਰਤਨ ਨੀਤ। ਕੱਪੜਾ ਨਾਮ ਦਾ ਤੇ ਭੋਜਨ ਨਾਮ ਦਾ ਮੇਰੇ ਪੁੱਤਰ ਨੂੰ ਅੱਜ ਜ਼ਰੂਰ ਗੁਰੂ ਸਾਹਿਬ ਦਿਓ, ਇਹਦਾ ਅੱਜ ਜਨਮ ਦਿਨ ਅਸੀਂ ਮਨਾ ਰਹੇ ਹਾਂ। ਸਤਿਗੁਰੂ ਜੀ ਨੇ ਉੱਥੇ ਵੀ ਗੱਲ ਕਹੀ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਆਨੰਦਾ, ਕਿ ਇਹਨੂੰ ਨਾਮ ਦਾ, ਬਾਣੀ ਦਾ, ਸੱਚ ਦਾ, ਚੰਗੇ ਅਮਲਾਂ ਦਾ ਜ਼ਰੂਰ ਅੰਮ੍ਰਿਤ ਵੀ ਝੋਲੀ ਚ ਪਾਇਓ। ਚਲੋ ਆਪਾਂ ਇਹ ਹੁਣ ਬਾਣੀ ਦਾ ਜੋ ਥੋੜਾ ਜਿਹਾ ਜ਼ਿਕਰ ਕੀਤਾ, ਇਤਿਹਾਸ 'ਚ ਚੁੱਭੀ ਮਾਰਦੇ ਆ। ਅਚਲ ਬਟਾਲੇ ਜਦੋਂ ਗੁਰੂ ਸਾਹਿਬ ਜੀ ਆਏ ਨਾ ਜੀ, 4 ਉਦਾਸੀਆਂ ਮਹਾਰਾਜ ਨੇ ਕਰ ਲਈਆਂ ਸੀ ਤੇ ਕਰਤਾਰਪੁਰ ਰੁਕ ਗਏ ਸੀ। ਮਹਾਰਾਜ ਨੂੰ ਪਤਾ ਲੱਗਾ ਕਿ ਬਹੁਤ ਵੱਡਾ ਨਾ ਸ਼ਿਵਰਾਤ ਦਾ ਮੇਲਾ ਚੱਲ ਬਟਾਲੇ ਲੱਗਦਾ ਤੇ ਸੰਗਤ ਜੀ ਤੁਹਾਨੂੰ ਦਰਸ਼ਨ ਕਰਾਏ ਨੇ, ਸੁਰਤ ਕਰਕੇ ਜ਼ਰੂਰ ਉਸ ਥਾਂ ਤੇ ਪਹੁੰਚੋ। ਮਹਾਰਾਜ ਦੀਆਂ ਅੱਜ ਵੀ ਬੜੀਆਂ ਨਿਸ਼ਾਨੀਆਂ ਨੇ ਬਟਾਲੇ ਦੀ ਧਰਤੀ। ਕਹਿੰਦੇ ਇੱਥੇ ਨਾ ਬਹੁਤ ਭਾਰੀ ਜੋਗੀਆਂ ਦਾ ਇਕੱਠ ਸੀ ਤੇ ਮਹਾਰਾਜ ਦੀ 2 ਵਾਰੀ ਚਰਚਾ ਹੋਈ ਜੋਗੀਆਂ ਨਾਲ, ਇੱਕ ਵਾਰੀ ਸੁਮੇਰ ਪਰਬਤ ਤੇ ਹੋਈ ਤੇ ਇੱਕ ਵਾਰੀ ਚੱਲ ਬਟਾਲੇ ਹੋਈ। ਇੱਥੇ ਹੁਣ ਕੀ ਹੋਇਆ ਕਿ ਜੋਗੀ ਆਪਣੀਆਂ ਕਰਾਮਾਤਾਂ, ਸ਼ਕਤੀਆਂ, ਰਿੱਧੀਆਂ ਸਿੱਧੀਆਂ ਨਾਲ ਲੋਕਾਂ ਨੂੰ ਭਰਮਾਉਂਦੇ ਆ, ਆਪਣੇ ਕਮੰਡਲ ਦੇ ਵਿੱਚ ਮਾਇਆ ਪਵਾਉਂਦੇ ਆ ਤੇ ਆਪਣੀ ਵਡਿਆਈ ਕਰਾਉਂਦੇ ਤੇ ਬੜੇ ਖੁਸ਼ ਹੁੰਦੇ। ਪਰ ਜਦੋਂ ਗੁਰੂ ਸਾਹਿਬ ਜੀ ਗਏ ਨਾ, ਜਿੰਨੀਆਂ ਭੀੜਾਂ ਉਹਨਾਂ ਦੇ ਟੋਲਿਆਂ ਲੱਗ ਗਏ ਸੀ, ਉਹਨਾਂ ਨੂੰ ਪਤਾ ਲੱਗ ਗਿਆ ਗੁਰੂ ਨਾ ਨਾ ਕੇ ਉਹ ਸਾਰੇ ਗੁਰੂ ਨਾਨਕ ਜੀ ਦੇ ਅੱਗੇ ਆ ਕੇ ਬਹਿ ਗਏ। ਉੱਥੇ ਲక్ష్ਮੀ ਵਰਸਣ ਲੱਗ ਪਈ, ਰੱਬ ਦੇ ਨਾਂ ਦਾ ਕੀਰਤਨ ਨੂੰ ਲੱਗ ਪਿਆ ਤੇ ਜੋਗੀਆਂ ਸਿੱਧਾਂ ਨੇ ਬੜੀ ਈਰਖਾ ਕੀਤੀ। ਉਹ ਕਹਿਣ ਲੱਗੇ ਕਿ ਮਾਰ ਸੱਚੇ ਪਿਤਾ ਆ ਗਏ ਸਾਡੇ ਕੋਲੋਂ ਤੇ ਸਾਰੇ ਉੱਠ ਕੇ ਚੱਲ ਗਏ। ਉੱਥੇ ਨਾ ਇੱਕ ਖੇਡ ਵਰਤੀ, ਇੱਕ ਮਾਪਿਆਂ ਦਾ ਜੋੜਾ ਆਪਣੇ ਨਾਲ 8 ਸਾਲ ਦਾ ਪੁੱਤ ਲੈ ਕੇ ਆਇਆ ਤੇ ਗੁਰੂ ਨਾਨਕ ਜੀ ਨੂੰ ਆ ਕੇ ਕਹਿੰਦਾ, ਸਤਿਗੁਰੂ ਅੱਜ ਤੋਂ ਪਹਿਲਾਂ ਸਾਡੇ ਘਰ ਜਿੰਨੇ ਬੱਚੇ ਪੈਦਾ ਹੋਏ ਉਹ ਜੰਮਦਿਆਂ ਹੀ ਮਰ ਜਾਂਦੇ ਰਹੇ, ਧਿਆਨ ਨਾਲ ਸੁਣਿਓ। ਤੇ ਫਿਰ ਮਹਾਰਾਜ ਸੱਚੇ ਪਿਤਾ ਅਸੀਂ ਸੁਖਣਾ ਕੀਤੀ ਸੀ ਕਿ ਜੇ ਇਹ ਸਾਡਾ ਪੁੱਤ 8 ਸਾਲ ਦਾ ਹੋਇਆ ਤੇ ਅਸੀਂ ਤੁਹਾਨੂੰ ਭੇਂਟ ਕਰਦੇ ਨਾ, ਤੇ ਸਾਨੂੰ ਪਤਾ ਲੱਗਾ ਤੁਸੀਂ ਅਚਲ ਬਟਾਲੇ ਆਏ ਹੋ, ਅਸੀਂ ਤੁਹਾਡੇ ਚਰਨਾਂ 'ਚ ਇੱਥੇ ਲੈ ਆਏ। ਮਹਾਰਾਜ ਸੱਚੇ ਪਿਤਾ ਜੀ ਨੇ ਨਾ ਜੀ, ਧਿਆਨ ਨਾਲ ਸੁਣਿਓ ਸੰਗਤ ਜੀ, ਮਹਾਰਾਜ ਜੀ ਨੇ ਅਜਿੱਤੇ ਰੰਧਾਵੇ ਨੂੰ ਆਵਾਜ਼ ਮਾਰੀ। ਇਹ ਗੁਰੂ ਦਾ ਬੜਾ ਪਿਆਰਾ ਸਿੱਖ ਹੋਇਆ। ਇਹਨੇ ਨਾ ਮਹਾਰਾਜ ਸੱਚੇ ਪਿਤਾ ਜੀ ਕਹਿਣ ਲੱਗੇ ਅਜਿੱਤੇ ਰੰਧਾਵੇ ਨੂੰ ਲੱਕੜੀਆਂ ਇਕੱਠੀਆਂ ਕਰੋ। ਸੱਚੇ ਪਿਤਾ ਜੀ ਦਾ ਹੁਕਮ ਮੰਨਿਆ ਗਿਆ। ਮਹਾਰਾਜ ਜੀ ਲੱਕੜੀਆਂ ਇਕੱਠੀਆਂ ਹੋ ਗਈਆਂ ਨੇ। ਗੁਰੂ ਸਾਹਿਬ ਜੀ ਕਹਿਣ ਲੱਗੇ ਚਿਖਾ ਤਿਆਰ ਕਰੋ। ਚਿਖਾ ਤਿਆਰ ਹੋਈ। ਸੰਗਤ ਸੱਸੋ ਪੰਜੇ 'ਚ ਪਈ ਆ ਕਿ ਅੱਜ ਖੇਡ ਕੀ ਵਰਤਨ ਲੱਗੀ ਆ। ਮਹਾਰਾਜ ਸੱਚੇ ਪਿਤਾ ਕਹਿੰਦੇ ਜਿਹੜੀਆਂ ਲੱਕੜਾਂ ਇਕੱਠੀਆਂ ਕੀਤੀਆਂ, ਚਿਖਾ ਤਿਆਰ ਏ, ਅੱਗ ਲਾ ਕੇ ਪੁੱਤ ਨੂੰ ਵਿੱਚ ਬਹਾ ਕੇ ਸਾੜ ਦਿਓ। ਧਿਆਨ ਨਾਲ ਸੁਣਿਓ। ਜਦੋਂ ਮਹਾਰਾਜ ਨੇ ਇੰਨੀ ਗੱਲ ਕਹੀ ਤੇ ਸਨਾਟਾ ਪੈ ਗਿਆ ਸੰਗਤ ਜੀ। ਜੋਗੀਆਂ ਨੂੰ ਮੌਕਾ ਮਿਲ ਗਿਆ ਹੁਣ ਗੱਲ ਚੁੱਕਣ ਦਾ ਕਿ ਲਓ ਜੀ ਅਸੀਂ ਤੇ ਝੋਲੀਆਂ ਭਰਦੇ ਆ, ਅਸੀਂ ਤੇ ਪੁੱਤਰਾਂ ਦੀਆਂ ਧੀਆਂ ਦੀਆਂ ਦਾਤਾਂ ਦਿੰਨੇ ਆ। ਜੇ ਸਾਨੂੰ ਕੋਈ ਆਪਣਾ ਪੁੱਤ ਭੇਟ ਕਰੇ ਅਸੀਂ ਪੁੱਤਾਂ ਵਾਂਗ ਪਾਲ ਕੇ ਚੇਲੇ ਬਣਾਉਂਦੇ ਆ ਤੇ ਮਹਾਰਾਜ ਤੇ ਲੋਕਾਂ ਦੇ ਪੁੱਤਰਾਂ ਨੂੰ ਅੱਗ 'ਚ ਪਾ ਸਾੜੀ ਜਾ ਰਹੇ। ਗੁਰੂ ਜੀ ਕੁਝ ਨਹੀਂ ਬੋਲੇ। ਸੰਗਤ ਜੀ ਬਲਦੀ ਚਿਖਾ ਦੇ ਵਿੱਚ ਪੁੱਤ ਬੈਠਾ, ਸਾਡਾ ਇਤਿਹਾਸ ਕਹਿੰਦਾ, ਸਾਰੀ ਸੰਗਤ ਵੇਖਦੀ ਆ। ਭਾਈ ਇੱਥੇ ਅਜਿੱਤਾ ਜੀ ਹੋਰ ਗੁਰੂ ਕੇ ਪਿਆਰੇ ਤੇ ਉਹ ਮਾਂ ਬਾਪ ਚੁੱਪ ਕਰਕੇ ਬੈਠੇ ਆ। ਮਹਾਰਾਜ ਸਿੱਧਕ ਵੇਖਦੇ ਆ ਕਿ ਕਦੋਂ ਤੱਕ ਨਹੀਂ ਪੁੱਤ ਦੀ ਬਾਹ ਫੜ ਕੇ ਮਾਪੇ ਬਾਹਰ ਖਿੱਚ ਕੇ ਲਿਆਂਦੇ ਕਿ ਸਾਡਾ ਪੁੱਤ ਸਾੜਤਾ। ਪਰ ਮੈਂ ਕਹਿੰਦਾ ਉਹ ਬਾਣੀ ਦੇ ਵਿੱਚ ਰੰਗੀਆਂ ਰੂਹਾਂ ਸੀ, ਗੁਰੂ ਦੀ ਖੇਡ 'ਚ ਨਹੀਂ ਉਹ ਬੋਲੀਆਂ। ਬਿਲਕੁਲ ਅਡੋਲ ਚੌਂਕੜਾ ਮਾਰ ਕੇ ਬਹਿ ਗਈਆਂ ਕਿ ਮਹਾਰਾਜ ਜੀ ਉਦਾਂ ਵੀ ਜੰਮਦੇ ਮਰਦੇ ਸੀ, ਤੁਹਾਨੂੰ ਪੇਂਟ ਕੀਤਾ, ਰੱਖਣਾ ਰੱਖੋ, ਨਹੀਂ ਰੱਖਣਾ ਨਾ ਰੱਖੋ। ਹੁਣ ਜਦੋਂ ਜੋਗੀ ਹੋਰ ਤਾੜ 'ਚ ਆਏ ਨਾ, ਮਹਾਰਾਜ ਨੇ ਇੱਕ ਗੱਲ ਕਹੀ, ਉਹ ਜੋਗੀਓ ਜਦੋਂ ਸੋਨੇ ਨੂੰ ਅੱਗ ਦੇ ਵਿੱਚ ਪਾਈਏ ਤੇ ਖੋਟ ਸੜਦੀ ਆ, ਸੋਨਾ ਹੋਰ ਚਮਕ ਕੇ ਬਾਹਰ ਆਉਂਦਾ। ਧਿਆਨ ਨਾਲ ਸੁਣਿਓ। ਕਹਿੰਦੇ ਆ ਕਿ ਸੋਨੇ ਨੂੰ ਅੱਗ 'ਚ ਤਾ ਦਈਏ ਤੇ ਉਹਦੀ ਮੈਲ ਖੋਟ ਸੜਦੀ ਆ, ਸੋਨਾ ਹੋਰ ਚਮਕ ਕੇ ਬਾਹਰ ਆਉਂਦਾ। ਅੱਜ ਇਸ ਬਲ ਦੀ ਚਿਖਾ ਵਿੱਚ ਇਹਨਾਂ ਮਾਪਿਆਂ ਦਾ ਭਰਮ ਤੇ ਡਰ ਸੜ ਗਿਆ। ਭਰਮ ਇਹ ਸੀ ਕਿ ਕਿਤੇ ਫਿਰ ਨਾ ਮਰ ਜੇ 8 ਸਾਲ ਦਾ ਹੋ ਕੇ, ਤੇ ਡਰ ਇਹ ਸੀ ਕਿ ਇਹ ਵੀ ਜਿਉਂਦਾ ਨਹੀਂ ਰਹਿਣਾ। ਤੀਜੀ ਬੇਨਤੀ ਗੁਰੂ ਸਾਹਿਬ ਨੇ ਕੀਤੀ, ਆਵਾਜ਼ ਮਾਰ ਕੇ ਕਿਹਾ ਸੀ, ਆ ਪੁੱਤਰ ਬਾਹਰ ਆ। ਬਲ ਦੀ ਚਿਖਾ ਦੇ ਵਿੱਚੋਂ ਪੁੱਤ ਬਾਹਰ ਆ ਗਿਆ ਸੀ, ਇੱਕ ਬਾਲ ਨਹੀਂ ਸੀ ਸੜਿਆ। ਤੇ ਮਹਾਰਾਜ ਨੇ ਇੱਕ ਗੱਲ ਕਹੀ ਸੀ ਸਾਰੀ ਸੰਗਤ ਨੂੰ, ਕਹਿੰਦੇ ਇਸ ਬਲ ਦੀ ਚਿਖਾ ਵਿੱਚ ਇਹਨਾਂ ਮਾਪਿਆਂ ਦੇ ਉਹ ਕਰਮ ਸੜ ਗਏ ਨੇ,
ਪੁੱਤ ਦੇ ਔਗਣ ਸੜ ਗਏ ਨੇ ਜਿੰਨਾ ਕਰਮਾ ਕਰਕੇ ਇਹਨਾਂ ਦੇ ਘਰ ਔਲਾਦ ਹੁੰਦੀ ਸੀ ਪਰ ਵਡੇਰੀ ਨਹੀਂ ਸੀ ਹੁੰਦੀ, ਪਹਿਲਾਂ ਹੀ ਚਲੀ ਜਾਂਦੀ ਸੀ। ਮਹਾਰਾਜ ਨੇ ਕਿਹਾ ਸੀ ਉਂਗਲ ਫੜ ਕੇ ਲੈ ਜਾਓ ਇਹਨੂੰ ਘਰ, ਇਹ ਬਹੁਤ ਉਮਰ ਭੋਗੇਗਾ ਪਰ ਇਹਨੂੰ ਗੁਰੂ ਨਾਨਕ ਦਾ ਸਿੱਖ ਬਣਾਇਓ। ਉੱਥੇ ਕਵੀ ਸੰਤੋਖ ਸਿੰਘ ਲਿਖਦੇ ਆ, ਜਨਮ ਮਰਨ ਬੰਧਨ ਹਤੇ ਟੂਟ ਗਏ ਜਮਜਾਲ, ਆਵੋ ਨਿਕਸੋ ਬਾਹਰ ਤੇ ਅਬ ਤੇ ਪਏ ਨਿਹਾਲ। ਕਹਿੰਦੇ ਆ ਮਹਾਰਾਜ ਕਹਿੰਦੇ ਆ ਬਾਹਰ ਆ, ਹੁਣ ਤੈਨੂੰ ਨਿਹਾਲ ਚੜ੍ਹਦੀ ਕਲਾ ਚ ਭੇਜਾਂਗੇ। ਸੋ ਮੇਰੇ ਕਹਿਣ ਦਾ ਇਹ ਭਾਵ ਹੈ ਸੰਗਤ ਜੀ, ਗੁਰੂ ਦੇ ਘਰ ਦੇ ਵਿੱਚ ਮਹਾਰਾਜ ਨੇ ਸਾਨੂੰ ਇਹ ਦਾਤਾਂ ਬਖਸ਼ੀਆਂ। ਸਮਾਂ ਹੈ ਸਾਡੇ ਕੋਲ, ਸਤਿਗੁਰੂ ਜੀ ਦੇ ਘਰ ਨਾ ਆਓ ਥੋੜਾ ਜਿਹਾ ਅਸੀਂ ਗੁਰੂ ਤੇਗ ਬਹਾਦਰ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਅਸੀਸ ਲਈਏ। ਕਹਿੰਦੇ ਮਹਾਰਾਜ ਜੀ ਨਾ ਜੀ, ਉਹਨਾਂ ਦੇ ਇੱਕ ਸਿੱਖ ਹੋਏ ਨੇ, ਰਾਜਾ ਸੀ ਵੈਸੇ, ਇਹਨਾਂ ਦੀ ਇੱਕ ਔਰਤ ਵੱਡੀ ਮਾਤਾ ਜੀ ਕਹਿ ਲੋ, ਬਾਈ ਕਹਿ ਲੋ, ਬੀਬੀ ਕਹਿ ਲੋ, ਇਹ ਗੁਰੂ ਨਾਨਕ ਸੱਚੇ ਪਿਤਾ ਮਹਾਰਾਜ ਦੀ ਸਿੱਖਣੀ ਬਣੀ ਸੀ। ਭਾਵ ਕਿ ਗੁਰੂ ਦਕਸ਼ਨਾ ਲੈ ਕੇ, ਗੁਰੂ ਪਾਹੋ ਲੈ ਕੇ ਇਹ ਸਿੱਖੀ ਨੂੰ ਕਮਾਉਂਦੇ। ਇਹਨਾਂ ਦੇ ਘਰੇ ਫਿਰ ਖਾਨਦਾਨ ਵਿੱਚੋਂ ਇੱਕ ਰਾਜਾ ਰਾਮ ਸਿੰਘ ਜੀ ਹੋਏ, ਅਸਾਮ ਦੇ ਸੀਏ। ਇੱਥੇ ਜਦੋਂ ਗੁਰੂ ਤੇਗ ਬਹਾਦਰ ਜੀ ਜਾਂਦੇ ਨਾ, ਇੱਥੇ ਇੱਕ ਖੇਡ ਬਣੀ, ਖੈਰ ਉਹ ਗੱਲ ਬਾਅਦ ਚ ਕਰਦੇ ਆ। ਕਹਿੰਦੇ ਇੱਕ ਬੱਚਾ ਨਾ ਆਪਣੇ ਸਿਰ ਦੀ ਦਸਤਾਰ ਲਾ ਕੇ ਤੇ ਆਪਣੇ ਕੇਸ ਵਾਹੁੰਦਾ ਪਿਆ ਕੰਗੇ ਦੇ ਨਾਲ। ਕੇਸ ਵਾਹੁੰਦਿਆਂ ਬੱਚੇ ਦਾ ਧਿਆਨ ਮੱਥੇ ਤੇ ਪਿਆ ਤੇ ਉੱਥੇ ਇੱਕ ਜ਼ਖਮ ਹੋਇਆ ਸੀ ਮੱਥੇ ਤੇ। ਹੁਣ ਜਦੋਂ ਉਹਨੇ ਵੇਖਿਆ ਤੇ ਥੋੜਾ ਪੁੱਟਣ ਦੀ ਕੋਸ਼ਿਸ਼ ਕੀਤੀ ਪਰ ਜ਼ਖਮ ਜਿਹੜਾ ਉਹ ਬਹੁਤ ਗਹਿਰਾ ਸੀ। ਉਹਨਾਂ ਮਾਂ ਜੀ ਕੋਲ ਗਿਆ ਤੇ ਮਾਂ ਚੌਂਕੜਾ ਮਾਰ ਕੇ ਰੱਬ ਦੀ ਧੁਨੀ 'ਚ ਬੈਠੀ ਸੀ, ਕਿਉਂਕਿ ਉਹ ਗੁਰੂ ਨਾਨਕ ਦੇ ਸਿੱਖ ਸਨ, ਸਿੱਖੀ ਨੂੰ ਧਾਰਨ ਕੀਤਾ ਸੀ। ਕਹਿੰਦੇ ਮਾਂ ਜੀ ਨੂੰ ਪੁੱਛਿਆ ਕਿ ਮਾਂ ਮੇਰੇ ਕੋਈ, ਜਦੋਂ ਮੈਂ ਬਚਪਨ ਸਾਂ ਮੇਰੇ ਕੋਈ ਸੱਟ ਲੱਗ ਗਈ ਸੀ? ਉਹ ਕਹਿੰਦੇ ਨਹੀਂ। ਕਹਿੰਦੇ ਕੋਈ ਫੋੜਾ ਫਿੰਸੀ ਹੋਇਆ ਹੋਵੇ ਉਹਦਾ ਜ਼ਖਮ? ਕਹਿੰਦੇ ਪੁੱਤ ਕਹਿਣਾ ਕੀ ਚਾਹੁੰਦਾ? ਕਹਿੰਦੇ ਮਾਂ ਅੱਜ ਮੈਂ ਜਦੋਂ ਕੇਸ ਵਾਹ ਰਿਹਾ ਸੀ ਸ਼ੀਸ਼ੇ ਅੱਗੇ ਤੇ ਮੇਰਾ ਧਿਆਨ ਮੱਥੇ ਤੇ ਪਏ ਜ਼ਖਮ ਤੇ ਗਿਆ ਤੇ ਮੈਨੂੰ ਇਉਂ ਲੱਗਾ ਕਿ ਜਿਵੇਂ ਕੋਈ ਸੱਟ ਬਾਂਹ ਲੱਗੀ ਹੋਣੀ ਆ। ਮੈਂ ਜ਼ਖਮ ਨੂੰ ਲਾਉਣ ਦੀ ਕੋਸ਼ਿਸ਼ ਕੀਤੀ ਪਰ ਦਾਗ ਲੱਥਾ ਨਹੀਂ। ਕਹਿੰਦੇ ਪੁੱਤ ਇਹ ਗੱਲ ਕਹਿ ਰਹੀ ਸੀ ਤੇ ਮਾਂ ਦੀਆਂ ਅੱਖਾਂ 'ਚੋਂ ਹੰਝੂ ਬੜੀ ਤੇਜ਼ੀ ਨਾਲ ਵਹਿਣੇ ਤੁਰ ਸ਼ੁਰੂ ਹੋ ਗਏ, ਬੜੀ ਤੇਜ਼ੀ ਨਾਲ। ਉਹ ਕਹਿੰਦੀ ਪੁੱਤ ਇਹ ਦਾਗ ਨਹੀਂ, ਇਹ ਨਿਸ਼ਾਨ ਹੈ, ਇਹਨੂੰ ਲਾਣ ਦਾ ਯਤਨ ਨਾ ਕਰ, ਇਹ ਲੋਕ 'ਚ ਵੀ ਨਹੀਂ ਲੱਥਣਾ ਤੇ ਪਰਲੋਕ 'ਚ ਵੀ ਨਹੀਂ ਲੱਥਣਾ। ਮਾਂ ਜੀ ਮੈਨੂੰ ਖੁੱਲ ਕੇ ਦੱਸੋ ਇਹ ਹੈ ਮਾਜਰਾ ਕੀ? ਕਹਿੰਦੇ ਪੁੱਤ ਸਾਡੇ ਘਰੇ ਬਹੁਤ ਅਮੀਰੀ ਸੀ, ਸਾਨੂੰ ਰਾਜ ਭਾਗ ਉਸ ਪ੍ਰਮਾਤਮਾ ਨੇ ਬਖਸ਼ੇ ਪਰ ਸਾਡੇ ਘਰੇ ਔਲਾਦ ਨਹੀਂ ਸੀ ਹੁੰਦੀ। ਕਹਿੰਦੇ ਗੁਰੂ ਨਾਨਕ ਸੱਚੇ ਪਿਤਾ ਦੇ 9ਵੇਂ ਜਾਮੇ ਨੂੰ ਧਾਰ ਕੇ ਗੁਰੂ ਤੇਗ ਬਹਾਦਰ ਜੀ ਜਦੋਂ ਅਸਾਮ ਦੀ ਧਰਤੀ ਤੇ ਆਏ ਤੇ ਅਸੀਂ ਬਹੁਤ ਸੇਵਾ ਕੀਤੀ ਮਹਾਰਾਜ ਜੀ ਦੀ, ਉਹਨਾਂ ਨੇ ਵੀ ਬੜੀਆਂ ਅਸੀਸਾਂ ਦਿੱਤੀਆਂ। ਕਹਿੰਦੇ ਇੱਕ ਦਿਨ ਅਸੀਂ ਦੋਨੋਂ ਗੁਰੂ ਚਰਨਾਂ 'ਚ ਬੈਠੇ ਹਾਂ ਤੇ ਕਹਿਣ ਲੱਗੇ ਕਿ ਤੁਹਾਡੇ ਪਿਤਾ ਜੀ ਰਾਮ ਸਿੰਘ ਉਹ ਬਹੁਤ ਜ਼ਿਆਦਾ ਇਮੋਸ਼ਨਲ ਕਹਿ ਲੋ ਤੇ ਇਵੇਂ ਸੀ ਕਿ ਜਿਵੇਂ ਮਹਾਰਾਜ ਕਹਿਣ ਕਿ ਅੱਜ ਕੀ ਗੱਲ, ਤੁਹਾਡਾ ਚਿਹਰਾ ਬੜਾ ਉਤਰਿਆ ਲੱਗਦਾ ਤੇ ਦੱਸ ਕੁਝ ਨਹੀਂ ਰਹੇ। ਮਹਾਰਾਜ ਕਹਿੰਦੇ ਅੰਦਰ ਦੀ ਗੱਲ ਦੱਸੋ। ਤੇ ਸੰਗਤ ਜੀ ਮਾਂ ਨੇ ਉੱਥੇ ਗੱਲ ਕਹੀ ਸੀ, ਪੁੱਤਰ ਤੇਰੇ ਪਿਤਾ ਨੇ ਕਿਹਾ ਸੀ ਰਾਜ ਭਾਗ ਧਨ ਦੌਲਤ ਬਹੁਤ ਕੁਝ ਹੈ ਪਰ ਸਾਂਭਣ ਵਾਲਾ ਕੋਈ ਨਹੀਂ, ਜੇ ਕਿਰਪਾ ਕਰੋ ਤੇ ਘਰ 'ਚ ਔਲਾਦ ਕੋਈ ਹੋਵੇ। ਸੰਗਤ ਜੀ ਮਹਾਰਾਜ ਗੁਰੂ ਤੇਗ ਬਹਾਦਰ ਜੀ ਦੇ ਨਾ ਹੱਥ ਦੀਆਂ ਉਂਗਲਾਂ ਤੇ ਇੱਕ ਮੁੰਦਰੀ ਸੀ, ਉਹਦੇ ਉੱਤੇ ਇੱਕ ਓੰਕਾਰ ਦਾ ਨਿਸ਼ਾਨ ਬਣਿਆ ਸੀ। ਮਹਾਰਾਜ ਸੱਚੇ ਪਿਤਾ ਜੀ ਨੇ ਉਸ ਮੁੰਦਰੀ ਨੂੰ ਉਤਾਰ ਕੇ ਰਾਜਾ ਰਾਮ ਸਿੰਘ ਜੀ ਦੇ ਮੱਥੇ ਨਾਲ ਛੁਹਾ ਕੇ ਇੱਕ ਗੱਲ ਕਹੀ ਸੀ, ਰਾਜਨ ਤੇਰੇ ਘਰੇ ਉਹ ਪੁੱਤਰ ਪੈਦਾ ਹੋਣਾ ਜਿਹਦੇ ਮੱਥੇ ਤੇ ਇੱਕ ਓੰਕਾਰ ਦਾ ਨਿਸ਼ਾਨ ਹੋਵੇਗਾ, ਉਹ ਗੁਰੂ ਨਾਨਕ ਦਾ ਸਿੱਖ ਹੋਵੇਗਾ, ਉਹਦੇ ਕਦੇ ਕੇਸ ਨਾ ਕਤਲ ਕਰਾਈ। ਸੰਗਤ ਜੀ ਸਮਾਂ ਪਿਆ ਤੇ ਇਹਨਾਂ ਦੇ ਘਰੇ ਕੋ ਔਲਾਦ ਨੇ ਜਨਮ ਲਿਆ ਜਿਹਦਾ ਨਾਮ ਸੀ ਰਾਜਾ ਰਤਨ ਰਾਏ। ਇਹ ਜਦੋਂ ਜਦੋਂ ਜਵਾਨ ਹੁੰਦਾ ਗਿਆ ਸਾਡਾ ਇਤਿਹਾਸ ਕਹਿੰਦਾ ਇੱਕ ਓੰਕਾਰ ਦਾ ਜਿਹੜਾ ਨਿਸ਼ਾਨ ਸੀ ਉਹ ਹੋਰ ਗਾੜਾ ਹੁੰਦਾ ਗਿਆ, ਭਾਵ ਅੱਗੇ ਨੂੰ ਆਉਂਦਾ ਗਿਆ। ਹੁਣ ਜਦੋਂ ਇਹਨੇ ਸਾਰੀ ਘਟਨਾ ਸੁਣੀ ਨਾ, ਕਹਿੰਦਾ ਮਾਂ ਜਿਸ ਅਸੀਸ ਨਾਲ ਮੈਂ ਜਨਮਿਆ ਨਾ ਮੈਨੂੰ ਉਸ ਗੁਰੂ ਦੇ ਦਰਸ਼ਨ ਨਹੀਂ ਕਰਾਉਣੇ ਕਿਉਂਕਿ ਪਿਤਾ ਜੀ ਸਵਰਗਵਾਸ ਹੋ ਗਏ ਨੇ। ਮਾਂ ਕਹਿੰਦੀ ਪੁੱਤ ਉਹ ਤੇ ਜੋ ਜੋਤੀ ਜੋ ਸਮਾ ਗਏ ਨੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ, ਉਹਨਾਂ ਨੂੰ ਸ਼ਹੀਦ ਕਰਤਾ, ਪਰ ਹਾਂ ਉਹਨਾਂ ਦੇ ਪੁੱਤਰ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਜੀ ਤਖਤ ਤੇ ਬਿਰਾਜਮਾਨ ਨੇ ਤੇ ਆਨੰਦਪੁਰ ਸਾਹਿਬ ਨੇ। ਸੰਗਤ ਜੀ ਇਹ ਬੜਾ ਮਾਲ ਅਸਬਾਬ ਲੈ ਕੇ, ਸ਼ਾਹੀ ਲੈ ਕੇ ਨਾਲ ਖਜ਼ਾਨੇ ਚੋਂ ਸਮਾਨ ਨੂੰ, ਪਦਾਰਥਾਂ ਨੂੰ ਤੇ ਘੋੜਿਆਂ ਹਾਥੀਆਂ ਰੱਥਾਂ ਦੀ ਲੈ ਕੇ ਵੱਡੀ ਇੱਕ ਤੇ ਕਹਿੰਦੇ ਆ ਕਿ ਸਤਲੁਜ ਦੇ ਦਰ ਪਹੁੰਚਿਆ।
ਇੱਥੇ ਪੜਾ ਕੀਤਾ। ਇੱਥੋਂ ਸੁਨੇਹਾ ਭੇਜਿਆ ਮੇਵੜੇ ਹੱਥ ਕਿ ਰਤਨ ਰਾਏ ਅਸਾਮ ਦਾ ਰਾਜਾ ਰਾਮ ਰਾਏ ਦਾ ਪੁੱਤਰ ਗੁਰੂ ਚਰਨਾਂ ਵਿੱਚ ਪਹੁੰਚਿਆ, ਤੁਹਾਡੀ ਅਸੀਸ ਲੈਣ ਲਈ, ਮਿਲਾਪ ਲਈ ਹੁਕਮ ਬਖਸ਼ੋ। ਮਹਾਰਾਜ ਦੇ ਕੋਲ ਗਿਆ। ਇਹਨੇ 5 ਦਾਤਾਂ ਕਹਿ ਲੋ ਕਿ 5 ਭੇਟਾਵਾਂ ਗੁਰੂ ਚਰਨਾਂ 'ਚ ਰੱਖੀਆਂ ਸੀ। 6 ਮਹੀਨੇ ਨਹੀਂ ਸੀ ਮਹਾਰਾਜ ਨੇ ਇਹਨੂੰ ਜਾਣ ਦਿੱਤਾ, ਤੇ ਵੱਡੀ ਗੱਲ ਸੀ, ਐਵੇਂ ਕੁਝ ਮਹੀਨਿਆਂ ਦਾ ਹੀ ਫਰਕ ਸੀ। ਗੁਰੂ ਮਹਾਰਾਜ ਦੇ ਹਾਣ ਸੁਹਾਣ ਸੀ ਇਹ, ਤੇ ਬੜਾ ਪਿਆਰ ਕੀਤਾ। ਇਹਨਾਂ ਨੇ 5 ਭੇਟਾਵਾਂ ਵਿੱਚੋਂ ਇੱਕ ਚੰਦਨ ਦੀ ਚੌਂਕੀ ਮਹਾਰਾਜ ਨੂੰ ਭੇਂਟ ਕੀਤੀ, ਜਿਹਦੇ ਵਿੱਚੋਂ ਹਾਥੀ ਦੇ ਦੰਦ ਦੀਆਂ ਪੁਤਲੀਆਂ ਬਾਹਰ ਆ ਕੇ ਤੇ ਚੌਪੜ ਦੀ ਖੇਡ ਖੇਡਣ ਲੱਗ ਪੈਂਦੀਆਂ ਸੀ। ਇੱਕ ਇਹਨਾਂ ਨੇ 5 ਕਲਾ ਸ਼ਸਤਰ ਮਹਾਰਾਜ ਨੂੰ ਭੇਂਟ ਕੀਤਾ। ਇਹਦਾ ਭਾਵ ਹੁੰਦਾ ਇੱਕ ਸ਼ਸਤਰ ਵਿੱਚੋਂ 5 ਸ਼ਸਤਰ ਬਣ ਜਾਣੇ, ਨੇਜਾ ਬਣ ਜਾਣਾ, ਬੰਦੂਕ ਬਣ ਜਾਣਾ, ਤਿੱਖੀ ਨੋਕ ਵਾਣਾ, ਜਿਹੜੀ ਕਿਰਪਾਨ ਬਣ ਜਾਣੀ ਇਤ ਆਦਿਕ। ਇਹਨਾਂ ਨੇ ਫਿਰ ਇੱਕ ਸੁਨਹਿਰੀ ਜੀਨਾ ਭੇਂਟ ਕੀਤਾ ਮਹਾਰਾਜ ਨੂੰ। 5 ਦਰਿਆਈ ਘੋੜੇ ਗੁਰੂ ਸਾਹਿਬ ਜੀ ਨੂੰ ਭੇਂਟ ਕੀਤੇ। ਪ੍ਰਸਾਦੀ ਹਾਥੀ ਭੇਂਟ ਕੀਤਾ, ਜਿਹਦਾ ਸਭ ਤੋਂ ਉਦੋਂ ਛੋਟਾ ਕੱਦ, ਬੜਾ ਖਿੱਚਵਾਂ ਕਾਲੇ ਰੰਗ ਦਾ, ਤੇ ਚਿੱਟੀ ਉਹਦੀ ਸੁੰਡ ਤੋਂ ਲੈ ਕੇ ਨਾ ਪੂਛ ਤੱਕ ਜਿਹੜੀ ਹੱਡੀ ਰੀੜ੍ਹ ਦੀ ਹੁੰਦੀ ਉਹ ਚਿੱਟੀ ਸੀ, ਮੱਥੇ ਤੇ ਚਿੱਟਾ ਤਵੇ ਵਾਂਗ ਸੋਹਣਾ ਬੜਾ ਸੀ। ਤੇ ਪ੍ਰਸਾਦੀ ਹਾਥੀ ਉਹ ਸੀ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਚੌਰ ਸਾਹਿਬ ਕਰਦਾ ਸੀ। ਪ੍ਰਸਾਦੀ ਹਾਥੀ ਉਹ ਸੀ ਜਦੋਂ ਗੁਰੂ ਸਾਹਿਬ ਨੇ ਜੰਗਾਂ ਦੇ ਸ਼ਸਤਰ ਲੜਨੇ ਨਾ ਜੀ, ਤੇ ਸਿੰਘਾਂ ਦੇ ਤੀਰਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਦਾ ਤੀਰ ਪਛਾਣ ਕੇ ਲਿਆਂਦਾ ਹੁੰਦਾ ਸੀ। ਉਹ ਪ੍ਰਸਾਦੀ ਹਾਥੀ ਬਾਬਾ ਆਪਣੇ ਰਾਜੇ ਰਤਨ ਨਾਇ ਨੇ ਭੇਂਟ ਕੀਤਾ। ਸੋ ਮੇਰੇ ਕਹਿਣ ਦਾ ਭਾਵ ਹੈ ਕਿ ਗੁਰੂ ਸਾਹਿਬ ਜੀ ਆਪਣੇ ਦਰ ਤੇ ਆਉਣ ਵਾਲਿਆਂ ਨੂੰ ਦੋਹੀਂ ਹੱਥੀਂ ਧੀਆਂ ਪੁੱਤਰਾਂ ਦੀ ਦਾਤਾ ਵੰਡਦੇ ਆ। ਗੁਰੂ ਸਾਹਿਬ ਨੇ ਜੋ ਸਾਨੂੰ ਧਰਮ ਬਖਸ਼ਿਆ, ਗ੍ਰਸਤ ਧਰਮ ਬਖਸ਼ਿਆ, ਪਰ ਵਾਹ ਸ਼ਰਤ ਲਾਈ ਹੈ, ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ, ਕਿ ਜਿੰਨੇ ਵੀ ਗ੍ਰਸਤੀ ਨੇ, ਜੋ ਗੁਰੂ ਨਾਨਕ ਨਾਮ ਲੈਵਾ ਸਿੱਖ ਨੇ, ਉਹ ਕੋਸ਼ਿਸ਼ ਕਰੋ ਜਦੋਂ ਤੁਹਾਨੂੰ ਲੱਗੇ ਅੰਮ੍ਰਿਤ ਦੀ ਦਾਤ ਲਓ, ਧਰਮੀ ਜੀਵਨ ਬਣਾਓ, ਫਿਰ ਮਾਇਆ ਗੁਜਰਾਨ ਰਹੂਗੀ। ਜੋ ਗ੍ਰਹਿ ਕਰੇ ਤਾਂ ਧਰਮ ਕਰ, ਨਾਹੇ ਤਾਂ ਕਰ ਬੈਰਾਗ, ਬੈਰਾਗੀ ਬੰਧਨ ਪਰੈ। ਤੇ ਸਤਿਗੁਰੂ ਜੀ ਕਹਿੰਦੇ ਤਾਕੋ ਵੱਡੋ ਅਭਾਗ, ਫਿਰ ਤੇ ਬੜੇ ਅਭਾਗੇ ਨੇ ਕਿ ਜੇ ਵੈਰਾਗੀ ਹੋ ਕੇ ਵੀ ਸੱਚ ਹੈ ਮਾਇਆ ਦੇ ਵਿੱਚ ਹੀ ਗਲਤਾਨ ਸੁਰਤ ਰਹੀ। ਸੋ ਇਤਨੀਆਂ ਕੋ ਤੁਸੀਂ ਬੇਨਤੀਆਂ ਨੂੰ ਪ੍ਰਵਾਨ ਕਰ ਲੈਣਾ। ਗੁਰੂ ਪਿਤਾ ਮਿਹਰਾਮਤ ਕਰੇ, ਤਰਸ ਕਰੇ। ਸੱਚੇ ਪਿਤਾ ਆਪਣੇ ਦਰੋਂ ਕਰੋ ਹਰ ਉਸ ਬੱਚੇ ਨੂੰ, ਸਾਨੂੰ ਸਾਰਿਆਂ ਨੂੰ, ਕਿਉਂਕਿ ਭਾਵੇਂ ਬਜ਼ੁਰਗ ਹੈ ਤੇ ਭਾਵੇਂ ਜਵਾਨ, ਅਸੀਂ ਹੈ ਤਾਂ ਧੀਆਂ ਪੁੱਤਰ ਹੀ ਹਾਂ ਮਹਾਰਾਜ ਦੇ। ਸੋ ਸਤਿਗੁਰੂ ਸਾਨੂੰ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ, ਚਾਹੋ ਇਹੋ ਦੀਆਂ ਦਾਤਾਂ ਬਖਸ਼ਣ, ਭੁੱਲਾਂ ਦੀ ਖਿਮਾ। ਆਖੋ ਵਾਹਿਗੁਰੂ ਜੀ ਕਾ ਖਾਲਸਾ